ਹੈਲੋ ਸਟੂਡੈਂਟਸ, JB ਕਲਾਸਿਸ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਛੇ ਤੋਂ ਛੇ ਸਬਸਕ੍ਰਾਈਬ ਕਰੋ। ਮੇਰਾ ਨਾਮ ਅਕਸ਼ੇ ਬੰਸਲ ਹੈ, ਮੈਂ JB ਕਲਾਸਿਸ ਦਾ ਫੈਕਲਟੀ ਹਾਂ। ਠੀਕ ਹੈ ਜੀ, ਆਪਾਂ ਸ਼ੁਰੂ ਕੀਤਾ ਹੋਇਆ ਪੰਜਾਬ ਜੀਕੇ। ਅੱਜ ਆਪਣੀ ਪੰਜਾਬ ਜੀਕੇ ਦਾ 11ਵਾਂ ਲੈਕਚਰ ਹੈ। ਦੇਖੋ ਜੀ, ਲਾਸਟ ਲੈਕਚਰ ਦੇ ਵਿੱਚ ਆਪਾਂ ਪੰਜਾਬ ਦੀ ਹਿਸਟਰੀ ਦੀ ਗੱਲ ਕਰਦੇ ਪਏ ਹਾਂ, ਜਿਹਦੇ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ, ਬੰਦਾ ਸਿੰਘ ਬਹਾਦਰ, ਐਂਗਲੋ ਸਿੱਖ ਵਾਰ ਇਹਨਾਂ ਦੀ ਗੱਲ ਕੀਤੀ ਹੈ। ਠੀਕ ਹੈ ਜੀ, ਇਹ ਸਾਰੇ ਟੌਪਿਕ ਆਪਣੀ ਸਿੱਖ ਹਿਸਟਰੀ ਜਾਂ ਪੰਜਾਬ ਜੀਕੇ ਦੇ ਲਈ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਇਸ ਲਈ ਮੈਂ ਹਰ ਇੱਕ ਸਟੂਡੈਂਟ ਨੂੰ ਇਹੀ ਗੱਲ ਕਹੂੰਗਾ ਵੀ ਤੁਸੀਂ ਇਹ ਸਾਰੀ ਵੀਡੀਓਜ਼ ਨੂੰ ਬਾਰ-ਬਾਰ ਰਿਪੀਟ ਕਰੋ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਜਲਦੀ ਤੋਂ ਜਲਦੀ ਸਮਝ ਆ ਜਾਣ। ਠੀਕ ਹੈ, ਕਿਉਂਕਿ ਆਉਣ ਵਾਲੇ ਪੰਜਾਬ ਐਗਜ਼ਾਮਸ ਦੇ ਵਿੱਚ ਪੰਜਾਬ ਜੀਕੇ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਇਹ ਸਾਰੀਆਂ ਵੀਡੀਓਜ਼ ਤੁਹਾਨੂੰ ਬਹੁਤ ਕੰਮ ਦੇਣਗੀਆਂ। ਕਲੀਅਰ ਹੈ ਗੱਲ। ਚਲੋ ਅੱਜ ਆਪਾਂ ਸਟਾਰਟ ਕਰਨ ਲੱਗੇ ਆਪਣਾ ਫਸਟ ਟੌਪਿਕ, ਜੋ ਕਿ ਆਪਣਾ ਹੈ ਫਰੀडम ਸਟਰਗਲਰਸ ਦੇ ਬਾਰੇ। ਠੀਕ ਹੈ, ਦੇਖੋ ਜੀ, ਦੇਸ਼ ਦੀ ਆਜ਼ਾਦੀ ਦੇ ਲਈ ਜਾਂ ਅੰਗਰੇਜ਼ਾਂ ਦੇ ਖਿਲਾਫ ਕਿਹੜੀ ਕਿਹੜੀ ਮੂਵਮੈਂਟਸ ਚੱਲੀਆਂ ਸੀਗੀਆਂ, ਜਿਹਦੇ ਵਿੱਚ ਸਿੱਖ ਸ਼ਾਮਿਲ ਸੀਗੇ, ਜਿਹਦੇ ਵਿੱਚ ਪੰਜਾਬ ਦਾ ਰੋਲ ਆਉਂਦਾ ਹੈ। ਆਪਾਂ ਉਹ ਕੁਛ ਮੂਵਮੈਂਟਸ ਦੀ ਗੱਲ ਕਰਾਂਗੇ, ਉਹ ਇਨਸੀਡੈਂਟਸ ਦੀ ਗੱਲ ਕਰਾਂਗੇ। ਕਲੀਅਰ ਜੀ ਗੱਲ। ਜਿਵੇਂ ਕਿ ਅੱਜ ਆਪਣੀ ਫਸਟ ਮੂਵਮੈਂਟ ਹੈਗੀ ਹੈ ਗਦਰ ਮੂਵਮੈਂਟ। ਠੀਕ ਹੈ ਜੀ, ਗਦਰ ਅੰਦੋਲਨ ਦੀ ਆਪਾਂ ਗੱਲ ਕਰਦੇ ਹਾਂ। ਗਦਰ ਅੰਦੋਲਨ ਦੀ ਸ਼ੁਰੂਆਤ ਕਦੋਂ ਹੋਈ? 1913। ਠੀਕ ਹੈ ਜੀ, ਇਹ ਮੂਵਮੈਂਟ ਦੀ ਸ਼ੁਰੂਆਤ ਕਦੋਂ ਹੋਈ ਹੈ ਜੀ? 1913 ਦੇ ਵਿੱਚ। ਠੀਕ ਹੈ ਜੀ, ਦੇਖੋ ਜੀ, ਨੋਰਮਲ ਆਪਾਂ ਕੀ ਕਹਿੰਦੇ ਹਾਂ, ਗਦਰ ਕੀ ਸੀਗਾ? ਇੱਕ ਨਿਊਜ਼ਪੇਪਰ ਦਾ ਨਾਮ, ਕੀ ਇੱਕ ਵੀਕਲੀ ਨਿਊਜ਼ਪੇਪਰ ਦਾ ਨਾਮ ਸੀਗਾ। ਠੀਕ ਹੈ, ਉੱਥੋਂ ਇਹ ਨਾਮ ਹੈ ਗਦਰ। ਠੀਕ ਹੈ, ਕਹਿੰਦੇ ਜੀ ਸਭ ਤੋਂ ਪਹਿਲਾਂ ਇਹ ਨਿਊਜ਼ਪੇਪਰ ਕਿਹੜੀ ਦੋ ਲੈਂਗੁਏਜ ਦੇ ਵਿੱਚ ਪਬਲਿਸ਼ ਹੋਇਆ ਸੀਗਾ? ਇਹ ਵੀ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ, ਉਰਦੂ ਤੇ ਗੁਰਮੁਖੀ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ ਹੈ ਜਿਹੜਾ ਆਪਣਾ ਗਦਰ ਨਿਊਜ਼ਪੇਪਰ ਹੈ ਸਭ ਤੋਂ ਪਹਿਲਾਂ ਕਿਹੜੀਆਂ ਦੋ ਭਾਸ਼ਾਵਾਂ ਦੇ ਵਿੱਚ ਪਬਲਿਸ਼ ਹੋਇਆ ਸੀਗਾ? ਉਰਦੂ ਤੇ ਗੁਰਮੁਖੀ ਦੇ ਵਿੱਚ ਹੋਇਆ ਸੀ। ਕਲੀਅਰ ਹੈ ਜੀ ਗੱਲ, ਸਮਝ ਲੱਗ ਗਈ। ਠੀਕ ਹੈ ਜੀ, ਉਸ ਤੋਂ ਇਲਾਵਾ ਆਪਾਂ ਹਿੰਦੀ ਵੀ ਲਿਖ ਸਕਦੇ ਹਾਂ ਜੀ, ਉਦੋਂ ਕਰਿਆ ਜੀ ਮਰਾਠੀ। ਕਲੀਅਰ ਹੈ, ਬਟ ਫਸਟਲੀ ਕਿਹੜੀਆਂ ਦੋ ਲੈਂਗੁਏਜ ਸੀਗੀਆਂ? ਉਰਦੂ ਤੇ ਗੁਰਮੁਖੀ। ਓਕੇ ਜੀ ਗੱਲ। ਠੀਕ ਹੈ, ਜਿਹੜੇ ਇਸ ਨਿਊਜ਼ਪੇਪਰ ਦੇ ਚੀਫ ਐਡੀਟਰ ਸੀਗੇ ਕੌਣ ਸੀ? ਲਾਲਾ ਹਰਦਿਆਲ। ਕੌਣ ਸੀਗੇ? ਲਾਲਾ ਹਰਦਿਆਲ। ਇਹ ਵੀ ਇੱਕ ਮੈਂਬਰੀ ਨੇ ਗਦਰ ਅੰਦੋਲਨ ਦੇ, ਗਦਰ ਮੂਵਮੈਂਟ ਦੇ। ਠੀਕ ਹੈ ਜੀ, ਦੇਖੋ ਜੀ, ਇਸ ਗਦਰ ਮੂਵਮੈਂਟ ਦਾ ਲੀਡਰ ਕੌਣ ਸੀਗਾ, ਜਿਹੜਾ ਮੇਨ ਹੈਡ ਮੰਨਿਆ ਜਾਂਦਾ ਹੈ? ਉਹ ਨਾਮ ਸੀਗਾ ਜੀ ਸੋਹਣ ਸਿੰਘ ਭਕਨਾ। ਕੌਣ ਸੀਗਾ ਜੀ? ਸੋਹਣ ਸਿੰਘ ਭਕਨਾ। ਕਲੀਅਰ ਜੀ ਗੱਲ। ਇਹਦੇ ਨਾਲ ਇਸ ਮੂਵਮੈਂਟ ਦੇ ਵਿੱਚ ਹੋਰ ਕਿਹੜੇ ਕਿਹੜੇ ਬੰਦੇ ਸ਼ਾਮਿਲ ਸੀਗੇ ਜੀ? ਲਾਲਾ ਹਰਦਿਆਲ ਐਂਡ ਕਰਤਾਰ ਸਿੰਘ ਸਰਾਭਾ। ਕਲੀਅਰ ਜੀ ਗੱਲ। ਦੇਖੋ, ਐਕਚੁਅਲੀ ਇਸ ਮੂਵਮੈਂਟ ਦਾ ਫੰਡਾ ਕੀ ਹੈ? ਜਿਹੜੀ ਗਦਰ ਮੂਵਮੈਂਟ ਹੋਈ, ਜਿਹੜੀ ਗਦਰੇ ਪਾਰਟੀ ਬਣੀ, ਐਕਚੁਅਲੀ ਇਹਨਾਂ ਦਾ ਬੇਸਿਕ ਏਮ ਸੀਗਾ ਰਿਵੋਲਟ ਅਗੇਂਸਟ ਬ੍ਰਿਟਿਸ਼ਰਸ ਤੋਂ ਬਦਲਾ ਲੈਣਾ। ਠੀਕ ਹੈ ਜੀ, ਇਸ ਕ੍ਰਾਂਤੀ ਦੀ ਭਾਵਨਾ ਨੇ, ਇਸ ਰਿਵੋਲਟ ਦੇ ਕਰਕੇ ਹੀ ਪੰਜਾਬ ਦੇ ਸਿੱਖਾਂ ਨੇ ਇਹ ਮੂਵਮੈਂਟ ਸ਼ੁਰੂ ਕੀਤੀ, ਜਿਹਦਾ ਕੀ ਨਾਮ ਸੀ? ਗਦਰ ਮੂਵਮੈਂਟ। ਠੀਕ ਹੈ ਜੀ, ਇਹ ਕੀ ਸੀਗਾ ਜੀ? ਗਦਰ ਕੀ ਹੈ ਜੀ? ਇੱਕ ਵੀਕਲੀ ਨਿਊਜ਼ਪੇਪਰ ਹੈ। ਠੀਕ ਹੈ ਜੀ, ਸਟਾਰਟਿੰਗ ਦੇ ਵਿੱਚ ਇਹ ਨਿਊਜ਼ਪੇਪਰ ਦੋ ਲੈਂਗੁਏਜ ਦੇ ਵਿੱਚ ਪਬਲਿਸ਼ ਹੋਇਆ ਸੀ, ਫਸਟਲੀ ਉਰਦੂ ਐਂਡ ਸੈਕਿੰਡ ਗੁਰਮੁਖੀ। ਇਸ ਨਿਊਜ਼ਪੇਪਰ ਦੇ ਚੀਫ ਐਡੀਟਰ ਦਾ ਕੀ ਨਾਮ ਸੀ ਜੀ? ਲਾਲਾ ਹਰਦਿਆਲ। ਤੇ ਇਸ ਮੂਵਮੈਂਟ ਦੇ ਜਿਹੜਾ ਮੇਨ ਹੈਡ ਸੀਗਾ, ਮੇਨ ਚੇਅਰਮੈਨ ਵੀ ਕਹਿ ਸਕਦੇ ਆ, ਉਹਦਾ ਕੀ ਨਾਮ ਸੀ ਜੀ? ਸੋਹਣ ਸਿੰਘ ਭਕਨਾ। ਠੀਕ ਹੈ ਜੀ, ਤੇ ਕਰਤਾਰ ਸਿੰਘ ਸਰਾਭਾ ਵੀ ਇਸ ਮੂਵਮੈਂਟ ਦਾ ਹੀ ਪਾਰਟ ਸੀਗਾ। ਜਦੋਂ ਉਹ 17 ਜਾਂ 18 ਸਾਲ ਦੇ ਸੀਗੇ, ਉਦੋਂ ਹੀ ਉਹਨਾਂ ਨੇ ਇਹ ਮੂਵਮੈਂਟ ਜੁਆਇਨ ਕਰ ਲਈ ਸੀ। ਇਹ ਮੂਵਮੈਂਟ ਕਹਿੰਦੇ ਕਿੱਥੇ ਸਟਾਰਟ ਹੋਈ, ਜਾਂ ਇਸ ਮੂਵਮੈਂਟ ਦਾ ਮੇਨ ਹੈੱਡਕੁਆਟਰ ਕਿੱਥੇ ਸੀਗਾ ਜੀ? ਸੈਨ ਫਰਾਂਸਿਸਕੋ, ਅਮਰੀਕਾ। ਕਿੱਥੇ ਸੀ ਜੀ ਹੈੱਡਕੁਆਟਰ? ਸੈਨ ਫਰਾਂਸਿਸਕੋ, ਅਮਰੀਕਾ। ਕਲੀਅਰ ਜੀ ਗੱਲ। ਦੇਖੋ ਜੀ, ਕੁਛ ਗੱਲਾਂ ਆਪਾਂ ਨੂੰ ਇਹਦੇ ਵਿੱਚ ਯਾਦ ਕਰਨੀਆਂ ਬਹੁਤ ਜ਼ਰੂਰੀ ਹੈ। ਪੇਪਰ 'ਚ ਸਿੱਧਾ ਕੁਐਸਚਨ ਆਉਂਦਾ ਹੈ, ਗਦਰ ਮੂਵਮੈਂਟ ਕਦੋਂ ਆਈ? 1913। ਇਹਦਾ ਮੇਨ ਹੈੱਡ ਕੌਣ ਸੀਗਾ? ਸੋਹਣ ਸਿੰਘ ਭਕਨਾ। ਇਹਦਾ ਮੇਨ ਸਟਾਰਟਿੰਗ ਜਾਂ ਇਹਨਾਂ ਦਾ ਹੈੱਡਕੁਆਟਰ ਕਿੱਥੇ ਸੀਗਾ? ਸੈਨ ਫਰਾਂਸਿਸਕੋ। ਮੇਨ ਬੇਸਿਕ ਏਮ ਕੀ ਸੀਗਾ? ਲਕਸ਼ਯ ਕੀ ਸੀ ਇਸ ਪਾਰਟੀ ਦਾ? ਠੀਕ ਹੈ ਜੀ, ਕ੍ਰਾਂਤੀ ਦੀ ਭਾਵਨਾ ਕਿਹਦੇ ਖਿਲਾਫ? ਅੰਗਰੇਜ਼ਾਂ ਦੇ ਖਿਲਾਫ। ਕਲੀਅਰ ਹੈ ਜੀ ਗੱਲ। ਦੇਖੋ ਜੀ, ਮੇਨ ਇੱਕ ਰੀਜ਼ਨ ਹੋਰ ਵੀ ਬਣਦਾ ਹੈ ਇਸ ਮੂਵਮੈਂਟ ਦਾ। ਸਿੱਖ ਜਾਂ ਪੰਜਾਬੀ ਸੋਚਣ ਲੱਗ ਗਏ ਵੀ ਆਪਾਂ ਨੂੰ ਕੈਨੇਡਾ ਜਾਂ ਅਮਰੀਕਾ ਜਾ ਕੇ ਆਪਾਂ ਸੈਟਲਡ ਹੋ ਸਕਦੇ ਹਾਂ, ਕਿਉਂਕਿ ਆਪਣਾ ਦੇਸ਼ ਤਾਂ ਫਿਰ ਵੀ ਪਿੱਛੇ ਉਹਨਾਂ ਦੇ ਨਾਲੋਂ। ਉਹ ਮਤਲਬ ਉਹਨਾਂ ਦੀ ਇੱਕ ਵੀ ਅਸੀਂ ਇੰਡੀਆ ਤੋਂ ਮਾਈਗ੍ਰੇਟ ਹੋ ਕੇ ਕਿੱਥੇ ਚਲੇ ਜਾਈਏ? ਕੈਨੇਡਾ ਜਾਂ ਅਮਰੀਕਾ ਚਲੇ ਜਾਈਏ। ਠੀਕ ਹੈ, ਇਸ ਦੇ ਰਿਲੇਟਿਡ ਵੀ, ਬਟ ਅੰਗਰੇਜ਼ ਲੋਕ ਇਹ ਚਾਹੁੰਦੇ ਨਹੀਂ ਸੀਗੇ। ਠੀਕ ਹੈ, ਇਹ ਵੀ ਕੁਛ ਰੀਜ਼ਨ ਸੀਗੇ। ਬਾਕੀ ਹੋਰ ਬਹੁਤ ਪੋਲੀਟੀਕਲ, ਇਕਨੋਮਿਕ, ਕਲਚਰ ਰੀਜ਼ਨ ਸੀਗੇ, ਜਿਹਦੇ ਕਰਕੇ
ਹੁਣ ਭਾਰਤੀ ਲੋਕਾਂ ਦੇ ਵਿੱਚ ਜਾਂ ਪੰਜਾਬੀ ਸਿੱਖਸ ਦੇ ਵਿੱਚ ਹੁਣ ਕ੍ਰਾਂਤੀ ਦੀ ਭਾਵਨਾ ਸੀਗੀ ਅੰਗਰੇਜ਼ਾਂ ਦੇ ਖਿਲਾਫ, ਠੀਕ ਹੈ। ਤੇ ਗਦਰ ਮੂਵਮੈਂਟ ਦਾ ਵੀ ਇੱਕੋ ਹੀ ਏਮ ਸੀਗਾ, ਰਿਵੋਲਟ ਅਗੇਂਸਟ ਬ੍ਰਿਟਿਸ਼ਰਸ। ਸਮਝ ਲੱਗੀ ਜੀ ਗੱਲ। ਦੇਖੋ ਇਹ ਸਾਰੀ ਮੂਵਮੈਂਟ ਨਾ ਆਪਾਂ ਮਾਡਰਨ ਹਿਸਟਰੀ ਦੇ ਰਿਗਾਰਡਿੰਗ ਮੇਨਲੀ ਪੜ੍ਹਦੇ ਹੁੰਦੇ ਆ, ਜਿਵੇਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਹੋ ਗਈ, ਮੁਸਲਿਮ ਲੀਗ ਹੋ ਗਈ, ਸਵਦੇਸ਼ੀ ਮੂਵਮੈਂਟ ਹੋ ਗਈ, ਠੀਕ ਹੈ ਜੀ, ਜਿਵੇਂ ਗਦਰ ਪਾਰਟੀ ਹੋ ਗਈ ਜੀ, ਕਲੀਅਰ ਹੈ। ਮਤਲਬ ਉਹ ਤੋਂ ਇਲਾਵਾ ਹੋਰ ਬਹੁਤ ਗਾਂਧੀ ਜੀ ਦੇ ਰਿਲੇਟਡ ਬਹੁਤ ਮੂਵਮੈਂਟਸ ਆਉਂਦੀਆਂ ਨੇ, ਜਿਹੜੀ ਕਿ ਆਪਾਂ ਸਾਰੇ ਮੂਵਮੈਂਟਸ ਮਾਡਰਨ ਹਿਸਟਰੀ ਦੇ ਵਿੱਚ ਕਵਰ ਕਰਦੇ ਹਾਂ, ਕਲੀਅਰ ਜੀ ਗੱਲ। ਦੇਖੋ ਜੀ ਨੈਕਸਟ ਮੂਵਮੈਂਟ ਆਪਣੀ ਜਿਹੜੀ ਆਪਣੀ ਇੰਸੀਡੈਂਟ ਹੋਇਆ ਕਾਮਾਗਾਟਾ ਮਾਰੂ, ਕਿਹੜਾ ਜੀ, ਕਾਮਾਗਾਟਾ ਮਾਰੂ। ਦੇਖੋ ਜੀ ਹਰ ਇੱਕ ਨੂੰ ਪਤਾ ਹੈ ਕਾਮਾਗਾਟਾ ਮਾਰੂ ਕੀ ਸੀ ਜੀ, ਇੱਕ ਸਮੁੰਦਰੀ ਜਹਾਜ਼ ਦਾ ਨਾਮ ਹੈ, ਇੱਕ ਜੈਪਨੀਜ਼ ਸਟ੍ਰੀਮਸ਼ਿਪ ਸੀਗੀ ਇਹ, ਕਲੀਅਰ ਹੈ ਜੀ ਗੱਲ। ਇਹਦੇ ਵਿੱਚ ਕੁਝ ਪੈਸੰਜਰ ਸਵਾਰ ਹੋਏ, ਠੀਕ ਹੈ ਜੀ, ਜੋ ਕਿ ਇਹਨਾਂ ਨੂੰ ਪ੍ਰੋਪਰ ਕਿੱਥੇ ਲੈ ਕੇ ਗਏ, ਕੈਨੇਡਾ ਵੈਂਕੂਵਰ ਲੈ ਕੇ ਗਏ, ਕਿੱਥੇ ਲੈ ਕੇ ਗਏ, ਕੈਨੇਡਾ ਵੈਂਕੂਵਰ ਲੈ ਕੇ ਗਏ, ਠੀਕ ਹੈ ਜੀ। ਮਤਲਬ ਕੁਝ ਸੀਗੇ ਜੀ ਜਿਹੜੇ ਆਪਣੇ ਗੱਲ ਕਰਦੇ ਆ ਸਿੱਖ ਸੀਗੇ, ਇਹਦੇ ਵਿੱਚ ਸਿੱਖ ਵੀ ਸ਼ਾਮਿਲ ਸੀਗੇ, ਮੁਸਲਿਮਸ ਵੀ ਸੀਗੇ, ਕ੍ਰਿਸਚਨਸ ਵੀ ਸੀਗੇ, ਹਰ ਇੱਕ ਧਰਮ ਦੇ ਲੋਕ ਇਸ ਸ਼ਿਪ ਦੇ ਵਿੱਚ ਸਵਾਰ ਸੀਗੇ। ਇਹ ਆਪਾਂ ਗੱਲ ਕਰਦੇ ਹਾਂ ਇੰਡੀਆ ਪੰਜਾਬ ਤੋਂ ਕਿੱਥੇ ਜਾ ਰਹੇ ਸੀਗੇ ਜੀ, ਵੈਂਕੂਵਰ ਜਾ ਰਹੇ ਸੀ। ਜਦੋਂ ਵੈਂਕੂਵਰ ਪਹੁੰਚੇ ਤਾਂ ਅੰਗਰੇਜ਼ੀ ਸਰਕਾਰ ਨੇ ਇਹਨਾਂ ਨੂੰ ਉੱਥੇ ਉਤਰਨ ਨਹੀਂ ਦਿੱਤਾ। ਇਹਨਾਂ ਨੇ ਪ੍ਰੋਪਰ ਉੱਥੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਇੱਥੇ ਕੈਨੇਡਾ ਦੀ ਧਰਤੀ ਤੇ ਕਦਮ ਨਹੀਂ ਰੱਖ ਸਕਦੇ, ਤੁਸੀਂ ਵਾਪਸ ਇੰਡੀਆ ਚਲੇ ਜਾਓ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਇਹ ਵੀ ਸੀ ਵੀ ਇਹ ਤਾਂ ਇੰਡੀਆ ਤੋਂ ਆਏ ਨੇ, ਇਹ ਤਾਂ ਗੁਲਾਮ ਦੇਸ਼ ਦੇ ਵਾਸੀ ਹੈ, ਠੀਕ ਹੈ ਜੀ। ਇਸ ਕਰਕੇ ਕੈਨੇਡਾ ਗਵਰਨਮੈਂਟ ਨੇ ਇਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ, ਤੇ ਇਹਨਾਂ ਨੂੰ ਉੱਥੇ ਵਾਪਸ ਕਿੱਥੇ ਭੇਜ ਦਿੱਤਾ ਗਿਆ, ਕਲਕੱਤੇ ਭੇਜ ਦਿੱਤਾ। ਕਿੱਥੇ ਭੇਜਤਾ ਜੀ ਇਹਨਾਂ ਨੂੰ, ਕਲਕੱਤੇ ਭੇਜਤਾ। ਜਦੋਂ ਇਹ ਸਾਰੇ ਪੈਸੰਜਰ ਕਲਕੱਤੇ ਪਹੁੰਚੇ, ਦੇਖੋ ਜੀ ਹੁਣ ਅਗਰੋਸ਼ ਤਾਂ ਆਉਂਦਾ ਹੀ ਹੈ, ਬੰਦਾ ਮਹੀਨੇ 'ਚ ਵੈਂਕੂਵਰ ਪਹੁੰਚਿਆ, ਉੱਥੇ ਜਾ ਕੇ ਵੀ ਗਵਰਨਮੈਂਟ ਨੇ ਉੱਥੋਂ ਦੀ ਨੇ ਮਨਾ ਕਰਤਾ, ਇਹਨਾਂ ਨੂੰ ਵਾਪਸ ਕਲਕੱਤੇ ਭੇਜਤਾ। ਤੇ ਉੱਥੇ ਜਾ ਕੇ ਬ੍ਰਿਟਿਸ਼ ਗਵਰਨਮੈਂਟ ਪੁਲਿਸ ਦੇ ਜਿਹੜੇ ਪੈਸੰਜਰ ਸੀਗੇ ਉਹਨਾਂ ਦੇ ਵਿੱਚ ਲੜਾਈ ਹੋ ਗਈ। ਉਸ ਲੜਾਈ ਜਾਂ ਹੱਥਾਪਾਈ ਦੇ ਵਿੱਚ 20 ਬੰਦੇ 20 ਪੈਸੰਜਰਸ ਮਾਰੇ ਗਏ, ਠੀਕ ਹੈ, ਤੇ ਬਾਕੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਬਾਕੀਆਂ ਨੂੰ ਕੀ ਕਰਤਾ ਜੀ, ਜੇਲ੍ਹ 'ਚ ਭੇਜਤਾ, ਕਲੀਅਰ ਹੈ। ਉਹੀ ਚੀਜ਼ ਜਿਵੇਂ ਇੱਥੇ ਲਿਖੀ ਹੋਈ ਹੈ, ਕਾਮਾਗਾਟਾ ਮਾਰੂ ਵਾਜ਼ ਅ ਜੈਪਨੀਜ਼ ਕੋਲ ਟਰਾਂਸਪੋਰਟ ਸਟੀਮਸ਼ਿਪ। ਇਹ ਕੀ ਸੀ, ਜੈਪਨੀਜ਼ ਕੋਲ ਟਰਾਂਸਪੋਰਟ ਸਟੀਮਸ਼ਿਪ ਸੀਗੀ, ਜਿਹਨੂੰ ਕਨਵਰਟ ਕਰ ਦਿੱਤਾ ਗਿਆ ਪੈਸੰਜਰ ਸ਼ਿਪ ਦੇ ਵਿੱਚ, ਠੀਕ ਹੈ ਜੀ। ਮੇਨ ਹੈਡ ਕੌਣ ਸੀ ਜੀ, ਗੁਰਦਿੱਤ ਸਿੰਘ। ਕੌਣ ਸੀਗਾ ਜੀ, ਗੁਰਦਿੱਤ ਸਿੰਘ। ਇਹ ਨਾਮ ਬਹੁਤ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਣਾ ਕੀ ਨਾਮ ਆਊਗਾ ਜੀ, ਗੁਰਦਿੱਤ ਸਿੰਘ, ਕਲੀਅਰ ਜੀ ਗੱਲ। ਕਹਿੰਦੇ ਇਹ ਸ਼ਿਪ ਬਾਏ ਹਾਂਗਕਾਂਗ ਕਿੱਥੋਂ ਹੁੰਦੀ ਹੋਈ, ਹਾਂਗਕਾਂਗ ਤੋਂ ਹੁੰਦੀ ਹੋਈ ਅਪ੍ਰੈਲ 1914, ਠੀਕ ਹੈ। ਇੱਕ ਮਹੀਨੇ ਤੋਂ ਬਾਅਦ ਕਿੱਥੇ ਪਹੁੰਚੀ ਜੀ, ਵੈਂਕੂਵਰ ਪਹੁੰਚੀ। ਕਿੱਥੇ ਪਹੁੰਚੀ ਜੀ, ਵੈਂਕੂਵਰ। ਕਿੰਨੇ ਪੈਸੰਜਰਸ ਦੇ ਨਾਲ, 376 ਪੈਸੰਜਰਸ ਦੇ ਨਾਲ। ਕਿੰਨੇ ਦੇ ਨਾਲ ਜੀ, 376 ਪੈਸੰਜਰਸ ਦੇ ਨਾਲ, ਜਿਹਦੇ ਵਿੱਚ ਸਿੱਖ, ਮੁਸਲਿਮ, ਈਸਾਈ ਹਰ ਇੱਕ ਧਰਮ ਦੇ ਲੋਕ ਸ਼ਾਮਿਲ ਸੀਗੇ। ਕਹਿੰਦੇ ਜਦੋਂ ਸ਼ਿਪ ਇਹ ਵੈਂਕੂਵਰ ਪਹੁੰਚੀ, ਕਹਿੰਦੇ ਉੱਥੋਂ ਇਹਨਾਂ ਨੂੰ ਵਾਪਸ ਕਿੱਥੇ ਭੇਜਤਾ, ਕਲਕੱਤਾ। ਕਲਕੱਤਾ ਦੇ ਕਿਹੜੇ ਪੋਰਟ ਤੇ ਭੇਜਿਆ ਗਿਆ ਇਹਨਾਂ ਨੂੰ, ਬਜਪਜ ਪੋਰਟ ਤੇ ਇਹਨਾਂ ਨੂੰ ਭੇਜਿਆ ਗਿਆ, ਠੀਕ ਹੈ ਜੀ। ਕਿਉਂਕਿ ਗਵਰਨਮੈਂਟ ਨੇ ਤਾਂ ਇਹਨਾਂ ਨੂੰ ਉਤਰਨ ਦਿੱਤਾ ਨਹੀਂ, ਵਾਪਸ ਇਹਨਾਂ ਨੂੰ ਕਿੱਥੇ ਮੋੜਤਾ, ਕਲਕੱਤਾ ਮੋੜਤਾ। ਕਹਿੰਦੇ ਜੀ ਉਦੋਂ ਬਾਅਦ ਕਲਕੱਤੇ ਪਹੁੰਚ ਕੇ ਬ੍ਰਿਟਿਸ਼ਰਸ ਫਾਇਰਡ ਔਨ ਦੈਮ, ਇਹਨਾਂ ਨੇ ਫਾਇਰਿੰਗ ਵਗੈਰਾ ਕੀਤੀ। 20 ਲੋਕਾਂ ਦੀ ਕੀ ਹੋ ਗਈ ਜੀ, ਮੌਤ ਹੋ ਗਈ, ਤੇ ਬਾਕੀਆਂ ਨੂੰ ਅਰੈਸਟ ਕਰ ਲਿਆ ਤੇ ਜੇਲ੍ਹ 'ਚ ਪਾਤਾ। ਦੇਖੋ ਜੀ ਇੰਨੀ ਮਾੜੀ ਗੱਲ ਹੋਈ ਸੀ ਆਪਣੇ ਪੰਜਾਬੀ ਜਾਂ ਇੰਡੀਅਨਸ ਦੇ ਨਾਲ, ਠੀਕ ਹੈ। ਅੰਗਰੇਜ਼ਾਂ ਨੇ ਕੀ ਕੁਝ ਕੀਤਾ ਹੈ, ਇਹ ਸਾਰੇ ਮੂਵਮੈਂਟਸ ਜਾਂ ਸਾਰੇ ਇੰਸੀਡੈਂਟ ਇਹ ਆਪਣੇ ਇੰਡੀਅਨ ਫਰੀडम ਦੇ ਰਿਲੇਟਡ ਆਉਂਦੇ ਨੇ, ਠੀਕ ਹੈ ਜੀ। ਸਾਰੇ ਇੰਸੀਡੈਂਟਸ ਇਹ ਬਹੁਤ ਇੰਪੋਰਟੈਂਟ ਹੈ। ਗਦਰ ਪਾਰਟੀ ਦੀ ਗੱਲ ਕਰਾਂਗੇ 1913, ਕਾਮਾਗਾਟਾ ਮਾਰੂ ਦਾ ਇਹ ਇੰਸੀਡੈਂਟ ਕਦੋਂ ਹੋਇਆ ਜੀ, 1914 ਦੇ ਵਿੱਚ ਹੋਇਆ, ਕਲੀਅਰ ਹੈ। ਜਿਵੇਂ ਦੇਖੋ ਜੀ ਇਸ ਤੋਂ ਬਾਅਦ ਜਿਵੇਂ ਤੁਹਾਨੂੰ ਪਿੱਛੇ ਦੱਸਿਆ ਸੀਗਾ ਇੰਡੀਅਨ ਨੈਸ਼ਨਲ ਕਾਂਗਰਸ ਆਈ 1885। ਕਦੋਂ ਆਈ ਜੀ, 1885। ਇੱਕ ਸਵਦੇਸ਼ੀ ਮੂਵਮੈਂਟ ਆਈ 1905 ਦੇ ਵਿੱਚ, ਮੁਸਲਿਮ ਲੀਗ ਆਈ ਜੀ, ਠੀਕ ਹੈ ਜੀ। ਮੋਰ ਐਲੀਮੈਂਟਰੀ ਰਿਫਾਰਮਸ ਆਏ, ਠੀਕ ਹੈ। ਉਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਪਾਰਟੀਸ਼ਨ ਆਫ ਬੰਗਾਲ ਹੋਈ, ਠੀਕ ਹੈ ਜੀ। ਹੋਮ ਰੂਲ ਮੂਵਮੈਂਟ ਹੋਈ, ਰੋਲਟ ਐਕਟ ਆਇਆ, ਜਲਿਆਂਵਾਲਾ ਬਾਗ, ਠੀਕ ਹੈ ਜੀ। ਇਹਦੇ ਵਿੱਚ ਕੁਝ ਇੰਸੀਡੈਂਟਸ ਆਪਾਂ ਕਰਾਂਗੇ ਜਿਹੜੇ ਪੰਜਾਬ ਦੇ ਰਿਲੇਟਡ ਹੈਗੇ ਨੇ, ਠੀਕ ਹੈ। ਬਾਕੀ ਜਿਹੜੀ ਵੀ ਮੂਵਮੈਂਟਸ ਜਿਹੜੇ ਅੰਦੋਲਨ ਹੈਗੇ ਨੇ ਉਹ ਆਪਾਂ ਕਿਸ 'ਚ ਕਵਰ ਕਰਦੇ ਹਾਂ, ਸਾਰੀ ਮਾਡਰਨ ਹਿਸਟਰੀ 'ਚ ਕੀ ਕਰਾਂਗੇ ਜੀ, ਕਵਰ ਅਪ ਕਰਾਂਗੇ, ਕਲੀਅਰ ਹੈ ਜੀ ਗੱਲ। ਅਗਲਾ ਦੇਖੋ ਜੀ ਆਪਣਾ ਇੰਸੀਡੈਂਟ ਹੈਗਾ ਜੀ ਜਲਿਆਂਵਾਲਾ ਬਾਗ ਇੰਸੀਡੈਂਟ। ਦੇਖੋ ਜੀ ਇਹਦੇ ਬਾਰੇ ਤਾਂ ਹਰ ਇੱਕ ਬੰਦੇ ਨੂੰ ਪਤਾ ਹੈ। ਜਲਿਆਂਵਾਲਾ ਬਾਗ ਦਾ ਇਹ ਕਾਂਡ ਕਦੋਂ ਹੋਇਆ ਜੀ, 13 ਅਪ੍ਰੈਲ 1919 ਨੂੰ ਹੋਇਆ,
कदों होया 13 अप्रैल 1919 ਨੂੰ ਹੋਇਆ। ਦੇਖੋ ਇਹਦੇ ਵਿੱਚ ਕਹਾਣੀ ਕੀ ਸੀ। ਮਾਰਚ 1919 ਦੇ ਵਿੱਚ ਅੰਗਰੇਜ਼ਾਂ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਜਿਹਦਾ ਉਸ ਲਾਅ ਦਾ ਕੀ ਨਾਮ ਸੀ, ਰੋਲਟ ਐਕਟ। ਕੀ ਨਾਮ ਸੀ ਜੀ, ਰੋਲਟ ਐਕਟ ਨਾਮ ਸੀਗਾ। ਇਸ ਐਕਟ ਦੇ ਦੌਰਾਨ ਅੰਗਰੇਜ਼ਾਂ ਨੂੰ ਐਨੀ ਕੀ ਪਾਵਰ ਮਿਲ ਗਈ, ਇਹ ਕਿਸੇ ਵੀ ਬੰਦੇ ਨੂੰ, ਠੀਕ ਹੈ ਜੀ, ਸ਼ੱਕ ਦੇ ਆਧਾਰ ਤੇ ਲਾ ਲਓ, ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੋਂ, ਬਿਨਾਂ ਕਿਸੇ ਮੁਕੱਦਮਾ ਚਲਾਏ ਉਹਨੂੰ ਜੇਲ੍ਹ 'ਚ ਬੰਦ ਕਰ ਦਿੰਦੇ ਸੀ। ਠੀਕ ਹੈ ਜੀ, ਮਤਲਬ ਵੀ ਹਰ ਇੱਕ ਬੰਦੇ ਦੀ ਪਰਸਨਲ ਲਿਬਰਟੀ ਤੇ ਕਬਜ਼ਾ ਕਰ ਲਿਆ ਸੀ ਅੰਗਰੇਜ਼ਾਂ ਨੇ। ਠੀਕ ਹੈ ਜੀ, ਇਹੋ ਜਿਹਾ ਗੰਦਾ ਇੱਕ ਕਾਨੂੰਨ ਪਾਸ ਕੀਤਾ ਵੀ ਹਰ ਇੱਕ ਬੰਦੇ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੇਲ੍ਹ 'ਚ ਬੰਦ ਕਰ ਦਿੰਦੇ। ਤੇ ਇਸੇ ਨੂੰ ਕੀ ਕਹਿੰਦੇ ਸੀ, ਕਾਲਾ ਕਾਨੂੰਨ ਵੀ ਕਿਹਾ ਜਾਂਦਾ ਸੀ। ਕੀ ਕਹਿੰਦਾ ਸੀ, ਕਾਲਾ ਕਾਨੂੰਨ। ਇਸੇ ਐਕਟ ਦੇ ਚੱਲਦੇ ਚੱਲਦੇ ਜਿਹੜੇ ਕਿ ਆਪਣੇ ਇੰਡੀਆ ਦੇ ਦੋ ਹਰਮਨ ਪਿਆਰੇ ਨੇਤਾ ਸੀਗੇ, ਲੋਕੀ ਕਾਫੀ ਇਹਨਾਂ ਨੂੰ ਪਸੰਦ ਕਰਦੇ ਸੀਗੇ, ਡਾਕਟਰ ਸੈਫੂਦੀਨ ਕਿਚਲੂ ਤੇ ਡਾਕਟਰ ਸਤਿਆਪਨ। ਆਹ ਦੇਖੋ ਜੀ ਮੈਂ ਲਿਖਿਆ ਹੋਇਆ 13 ਅਪ੍ਰੈਲ 1919 ਨੂੰ ਹੋਇਆ ਜੀ ਇਹ। ਠੀਕ ਹੈ ਜੀ, ਰੋਲਟ ਐਕਟ ਦੇ ਦੌਰਾਨ ਦੋ ਬੰਦਿਆਂ ਨੂੰ ਜੇਲ੍ਹ 'ਚ ਭੇਜਤਾ, ਸੈਫੂਦੀਨ ਕਿਚਲੂ ਤੇ ਡਾਕਟਰ ਸਤਿਆਪਨ ਨੂੰ। ਕਲੀਅਰ ਹੈ ਜੀ ਗੱਲ। ਦੇਖੋ ਜੀ, ਜਦੋਂ ਇਹਨਾਂ ਨੂੰ ਜੇਲ੍ਹ 'ਚ ਭੇਜਿਆ ਗਿਆ ਨਾ, ਲੋਕਾਂ ਨੇ ਇਹਨਾਂ ਦੀ ਰਿਹਾਈ ਦੇ ਲਈ ਲੋਕੀ ਥਾਂ ਥਾਂ ਤੇ ਇਕੱਠੇ ਹੋਣ ਲੱਗੇ, ਅਸੈਂਬਲਡ ਹੋਣ ਲੱਗੇ। ਉਸੇ ਤਰ੍ਹਾਂ ਹੀ ਇੱਕ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਲੋਕੀ ਇਕੱਠੇ ਹੋਏ। ਠੀਕ ਹੈ ਜੀ, ਉਹਨਾਂ ਨੇ ਮੰਗ ਕੀਤੀ ਵੀ ਇਹ ਦੋਨੇ ਬੰਦਿਆਂ ਨੂੰ ਛੱਡਿਆ ਜਾਵੇ, ਰਿਹਾ ਕੀਤਾ ਜਾਵੇ। ਠੀਕ ਹੈ ਜੀ, ਤੇ ਇਸੇ ਨਿਹੱਤੀ ਭੀੜ ਤੇ ਜਨਰਲ ਡਾਇਰ ਨੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਠੀਕ ਹੈ ਜੀ, ਜਿਹਦੇ ਵਿੱਚ ਲਗਭਗ 1000 ਤੋਂ ਵੱਧ ਬੰਦਾ ਮਾਰਿਆ ਗਿਆ, 1100-1200 ਬੰਦਾ ਘਾਇਲ ਹੋ ਗਿਆ, ਜਿਹਦੇ ਵਿੱਚ ਜਵਾਨ, ਬੂढ़े, ਬੱਚੇ, ਔਰਤਾਂ ਸਭ ਸ਼ਾਮਿਲ ਸੀਗੀਆਂ। ਇਹਨਾਂ ਨੇ ਬਾਗ ਚੋਂ ਬਾਹਰ ਨਿਕਲਣ ਦੇ ਸਾਰੇ ਰਸਤੇ ਬੰਦ ਕਰਤੇ ਤੇ ਨਿਹੱਤੀ ਭੀੜ ਤੇ ਕੀ ਹੈ ਜੀ, ਗੋਲੀਆਂ ਚਲਵਾਤੀਆਂ। ਕਿਹਨੇ ਜੀ, ਜਨਰਲ ਡਾਇਰ ਨੇ। ਕਲੀਅਰ ਹੈ ਜੀ। ਇਹ ਹਾਦਸਾ ਜੀ ਬਹੁਤ ਸ਼ਰਮਨਾਕ ਹਾਦਸਾ ਮੰਨਿਆ ਜਾਂਦਾ ਹੈ ਆਪਣੀ ਇੰਡੀਅਨ ਹਿਸਟਰੀ ਦੇ ਵਿੱਚ। ਕਲੀਅਰ ਹੈ ਜੀ ਗੱਲ, ਸਮਝ ਲੱਗ ਗਈ। ਦੇਖੋ ਜੀ, ਜਦੋਂ ਇਹ ਇਨਸੀਡੈਂਟ, ਇਹ ਕਾਂਡ ਹੋ ਗਿਆ, ਉਦੋਂ ਬਾਅਦ ਇਸ ਇਨਸੀਡੈਂਟ ਦੀ ਇਨਕੁਆਇਰੀ ਦੇ ਲਈ ਇੱਕ ਕਮਿਸ਼ਨ ਬਿਠਾਇਆ ਗਿਆ। ਤੁਸੀਂ ਨੋਟ ਕਰ ਸਕਦੇ ਹੋ ਇਹ ਲਾਈਨ, ਇੱਕ ਕਮਿਸ਼ਨ ਬਿਠਾਇਆ ਗਿਆ। ਉਸ ਕਮਿਸ਼ਨ ਦਾ ਨਾਮ ਸੀ ਹੰਟਰ ਕਮਿਸ਼ਨ। ਕੀ ਨਾਮ ਸੀਗਾ, ਹੰਟਰ ਕਮਿਸ਼ਨ ਨਾਮ ਸੀਗਾ। ਉਹਨੇ ਪ੍ਰੋਪਰ ਇਨਕੁਆਇਰੀ ਦਿੱਤੀ ਵੀ ਕਿੰਨੇ ਮਿੰਟ ਗੋਲੀਆਂ ਚੱਲੀਆਂ, ਕਿੰਨੇ ਬੰਦੇ ਮਾਰੇ ਗਏ, ਕਿੰਨੇ ਘਾਇਲ ਹੋ ਗਏ, ਸਾਰਾ ਕੁਝ ਉਹਨੇ ਦੱਸਿਆ। ਕਲੀਅਰ ਹੈ ਜੀ ਗੱਲ, ਸਮਾਂ ਲੱਗ ਗਈ। ਦੇਖੋ ਜੀ, ਇਹ ਸ਼ਰਮਨਾਕ ਹਾਦਸੇ ਤੋਂ ਬਾਅਦ, ਠੀਕ ਹੈ ਜੀ, ਮਤਲਬ ਕੀ ਹੋਇਆ ਜੀ, ਰਵਿੰਦਰਨਾਥ ਟੈਗੋਰ ਨੇ, ਕਿਨੇ ਜੀ, ਰਵਿੰਦਰਨਾਥ ਟੈਗੋਰ ਨੇ ਆਪਣੀ ਨਾਈਟਹੁੱਡ ਦੀ ਪਦਵੀ ਵਾਪਸ ਕਰਤੀ ਅੰਗਰੇਜ਼ਾਂ ਨੂੰ। ਦੇਖੋ ਜੀ, ਅੰਗਰੇਜ਼ੀ ਸਰਕਾਰ ਨੇ ਰਵਿੰਦਰਨਾਥ ਟੈਗੋਰ ਨੂੰ ਇੱਕ ਨਾਈਟਹੁੱਡ ਦੀ ਪਦਵੀ ਦਿੱਤੀ ਸੀ। ਠੀਕ ਹੈ ਜੀ, ਤੇ ਇਸ ਸ਼ਰਮਨਾਕ ਹਾਦਸੇ ਤੋਂ ਬਾਅਦ ਰਵਿੰਦਰਨਾਥ ਟੈਗੋਰ ਨੇ ਆਪਣੀ ਇਹ ਪਦਵੀ ਵਾਪਸ ਕਰਤੀ। ਕਲੀਅਰ ਜੀ ਗੱਲ, ਸਮਝ ਲੱਗ ਗਈ। ਦੇਖੋ ਜੀ, ਇੱਕ ਸੀਗਾ ਜੀ ਸ਼ਹੀਦ ਊਧਮ ਸਿੰਘ। ਸ਼ਹੀਦ ਊਧਮ ਸਿੰਘ ਨੇ ਕੀ ਕੀਤਾ, 1940 ਦੇ ਵਿੱਚ ਮਾਈਕਲ ਓ ਡਾਇਰ, ਮਾਈਕਲ, ਜਿਹਦਾ ਇਹਦਾ ਵੀ ਸੰਬੰਧ ਜਲਿਆਂਵਾਲੇ ਬਾਗ ਦੇ ਇਨਸੀਡੈਂਟ ਦੇ ਨਾਲ ਸੀਗਾ। 1940 ਦੇ ਵਿੱਚ ਸ਼ਹੀਦ ਊਧਮ ਸਿੰਘ ਨੇ ਕੀ ਕੀਤਾ, ਮਾਈਕਲ ਓ ਡਾਇਰ ਨੂੰ ਗੋਲੀ ਮਾਰਤੀ, ਇਹਦੀ ਹੱਤਿਆ ਕਰਤੀ। ਕਲੀਅਰ ਹੈ, ਕਿੱਥੇ ਕੀਤੀ ਜੀ, ਇਹ ਤੁਸੀਂ ਚੀਜ਼ ਨੋਟ ਕਰ ਸਕਦੇ ਹੋ, ਕੈਕਸਟਨ ਹਾਲ ਲੰਡਨ ਦੇ ਵਿੱਚ। ਕਿੱਥੇ ਜੀ, ਕੈਕਸਟਨ ਹਾਲ ਲੰਡਨ ਦੇ ਵਿੱਚ 1940 ਦੇ ਵਿੱਚ ਸ਼ਹੀਦ ਊਧਮ ਸਿੰਘ ਨੇ ਮਾਈਕਲ ਓ ਡਾਇਰ ਦੀ ਹੱਤਿਆ ਕਰਤੀ। ਸਮਝ ਲੱਗ ਗਈ ਜੀ। ਦੇਖੋ ਜੀ, ਜਲਿਆਂਵਾਲੇ ਬਾਗ ਦੇ ਰਿਲੇਟਿਡ ਤੁਹਾਨੂੰ 3-4 ਗੱਲਾਂ ਯਾਦ ਕਰਨੀਆਂ ਬਹੁਤ ਜ਼ਰੂਰੀ ਹੈ। ਇਸ ਕਾਂਡ ਦੇ ਰਿਲੇਟਿਡ ਕਿਹੜਾ ਕਮਿਸ਼ਨ ਬਿਠਾਇਆ ਗਿਆ, ਹੰਟਰ ਕਮਿਸ਼ਨ। ਇਸ ਦੇ ਵਿੱਚ ਹੀ ਰਵਿੰਦਰਨਾਥ ਟੈਗੋਰ ਨੇ ਆਪਣੀ ਪਦਵੀ ਵਾਪਸ ਕਰਤੀ, ਕਾਦੀ, ਨਾਈਟਹੁੱਡ ਦੀ। ਸਮਝ ਲੱਗ ਗਈ ਜੀ ਗੱਲ। ਆਰਡਰ ਕਿਹਨੇ ਦਿੱਤੇ ਜੀ, ਜਨਰਲ ਓ ਡਾਇਰ ਨੇ। ਊਧਮ ਸਿੰਘ ਨੇ ਮਾਈਕਲ ਓ ਡਾਇਰ ਨੂੰ ਕਦੋਂ ਮਾਰਿਆ, 1940 ਦੇ ਵਿੱਚ। ਕਿੱਥੇ ਮਾਰਿਆ ਜੀ, ਕੈਕਸਟਨ ਹਾਲ ਲੰਡਨ ਦੇ ਵਿੱਚ। ਇਹ ਇਕੱਠੇ ਕਿਉਂ ਹੋਏ ਸੀਗੇ, ਤਾਂ ਕਿ ਰੋਲਟ ਐਕਟ ਦੇ ਵਿੱਚ ਜਿਹੜੇ ਦੋ ਬੰਦੇ ਸੈਫੂਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਨੂੰ ਕੈਦ ਕਰ ਲਿਆ ਸੀਗਾ, ਉਹਨਾਂ ਦੀ ਰਿਹਾਈ ਦੇ ਲਈ ਇਹ ਇਕੱਠੇ ਹੋਏ ਸੀ। ਸਮਝ ਲੱਗ ਗਈ ਗੱਲ, ਕਲੀਅਰ ਹੈ। ਇਹ ਇਨਸੀਡੈਂਟ ਵੀ ਆਪਣੇ ਪੰਜਾਬ ਹਿਸਟਰੀ ਜਾਂ ਪੰਜਾਬ ਜੀਕੇ ਦੇ ਲਈ ਕਾਫੀ ਇੰਪੋਰਟੈਂਟ ਹੈ। ਠੀਕ ਹੈ ਜੀ। ਦੇਖੋ ਜੀ, ਅਗਲਾ ਆਪਣੀ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ, ਕਲੀਅਰ ਹੈ, ਪੈਪਸੂ। ਠੀਕ ਹੈ ਜੀ, ਇਹਦੀ ਫੁੱਲ ਫਾਰਮ ਕੀ ਹੈ, ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਦੁਬਾਰਾ ਮੈਂ ਰਿਪੀਟ ਕਰਦਾ ਹੈ, ਪੈਪਸੂ ਦੀ ਫੁੱਲ ਫਾਰਮ ਕੀ ਹੈ ਜੀ, ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਦੇਖੋ ਜੀ, ਪੈਪਸੂ ਦੀ ਜੇਕਰ ਆਪਾਂ ਗੱਲ ਕਰੀਏ, ਇਹ ਇੱਕ ਟਾਈਮ ਤੇ ਸਟੇਟ ਸੀ। ਜਿਵੇਂ ਪੰਜਾਬ ਸਟੇਟ ਹੈ,
ਉਸੇ ਤਰ੍ਹਾਂ ਪੈਪਸੂ ਵੀ ਕੀ ਸੀ ਜੀ, ਇੱਕ ਸਟੇਟ ਸੀਗੀ ਅਲੱਗ ਤੋਂ, ਠੀਕ ਹੈ ਜੀ। ਇਹ ਪ੍ਰੋਪਰ ਐਗਜ਼ਿਸਟੈਂਸ ਦੇ ਵਿੱਚ ਰਹੀ ਹੈ 1948 ਤੋਂ ਲੈ ਕੇ 56, 1948 ਤੋਂ ਲੈ ਕੇ 56 ਦੇ ਤੱਕ ਇਹ ਐਗਜ਼ਿਸਟੈਂਸ ਦੇ ਵਿੱਚ ਰਹੀ ਹੈ, ਕਲੀਅਰ ਹੈ, ਐਜ਼ ਅ ਸਟੇਟ ਇਨ ਇੰਡੀਆ ਦੇ ਵਿੱਚ, ਕਲੀਅਰ ਹੈ ਜੀ ਗੱਲ, ਠੀਕ ਹੈ। ਇਹਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ, ਪੇਪਰ ਦੇ ਵਿੱਚ ਬਹੁਤ ਵਾਰ ਪੁੱਛੀ ਗਈ ਹੈ, ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ, ਕਲੀਅਰ ਹੈ ਜੀ ਗੱਲ। ਦੇਖੋ ਜੀ ਇਹ ਪੈਪਸੂ ਜਿਹੜੀ ਸਟੇਟ ਸੀ ਨਾ, ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਵੀ ਕਿਹੜੇ ਕਿਹੜੇ ਐਕਚੁਅਲੀ ਮਤਲਬ ਸਟੇਟ ਸੀ ਜਿਹੜੀ ਇੰਡੀਆ ਦੀ ਸ਼ਾਮਿਲ ਸੀ। ਕਹਿੰਦੇ ਇਹਦੇ ਵਿੱਚ ਕਿਹੜੀ ਕਿਹੜੀਆਂ 8 ਪ੍ਰਿੰਸਲੀ ਸਟੇਟਸ ਸ਼ਾਮਿਲ ਸੀਗੀਆਂ, ਠੀਕ ਹੈ, ਲਿਖਿਆ ਜੀ। ਦੇਖੋ ਅਗਲੀ ਲਾਈਨ ਆਪਣੀ ਇਹੀ ਹੈ, ਪੈਪਸੂ was a union of 8 princely states। ਇਹਦੇ ਵਿੱਚ ਕਿਹੜੀ ਕਿਹੜੀਆਂ 8 ਪ੍ਰਿੰਸਲੀ ਸਟੇਟਸ ਦਾ ਮਿਲ ਕੇ ਬਣਿਆ ਹੋਇਆ ਸੀ ਜੀ ਪੈਪਸੂ। ਪਹਿਲਾ ਕਿਹੜਾ ਜੀ, ਪਟਿਆਲਾ। ਦੇਖੋ ਜੀ ਇਹਦੀ ਫੁੱਲ ਫਾਰਮ ਦੇ ਵਿੱਚ ਵੀ ਆਪਾਂ ਗੱਲ ਕਰਦੇ ਹਾਂ, ਪਟਿਆਲਾ ਆਉਂਦਾ ਤਾਂ ਪਟਿਆਲਾ ਤਾਂ ਹੋਏਗਾ ਹੀ, ਜੀਂਦ, ਨਾਭਾ, ਠੀਕ ਹੈ ਜੀ, ਕਪੂਰਥਲਾ, ਫਰੀਦਕੋਟ, ਕਲਸੀਆ, ਮਲੇਰਕੋਟਲਾ, ਨਾਲਾਗੜ੍ਹ, ਕਲੀਅਰ ਹੈ ਗੱਲ। ਇਹ ਸਾਰੀਆਂ ਪ੍ਰਿੰਸਲੀ ਸਟੇਟਸ ਦਾ ਯੂਨੀਅਨ ਸੀਗਾ ਪੈਪਸੂ। ਟੋਟਲ ਕਿੰਨੀਆਂ ਜੀ, 8 ਨੇ, ਕਲੀਅਰ ਹੈ ਜੀ, ਕਿੰਨੀਆਂ ਨੇ, 8। ਦੁਬਾਰਾ ਮੈਂ ਰਿਪੀਟ ਕਰਦਾ, ਕਿਹੜੀਆਂ ਕਿਹੜੀਆਂ ਨੇ, ਪਟਿਆਲਾ, ਜੀਂਦ, ਨਾਭਾ, ਕਪੂਰਥਲਾ, ਫਰੀਦਕੋਟ, ਕੈਲਸੀਆ, ਮਲੇਰਕੋਟਲਾ, ਨਾਲਾਗੜ੍ਹ, ਠੀਕ ਹੈ ਜੀ। ਜਿਹੜਾ ਪੈਪਸੂ ਸੀ ਇਹ ਸਟੇਟ ਦੀ ਸ਼ੁਰੂਆਤ ਕਦੋਂ ਹੋਈ ਹੈ, 15 ਜੁਲਾਈ 1948, ਇਸਟੈਬਲਿਸ਼ਡ ਇਨ 15 ਜੁਲਾਈ 1948। ਵੈਰੀ ਵੈਰੀ ਇੰਪੋਰਟੈਂਟ, ਇਹ ਡੇਟਸ ਬਹੁਤ ਇੰਪੋਰਟੈਂਟ ਨੇ, ਤੁਹਾਨੂੰ ਯਾਦ ਰੱਖਣਾ ਪਏਗਾ। ਜਿਵੇਂ ਮੈਂ ਕੱਲ ਕਰਵਾਇਆ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920, ਉਸ ਤਰ੍ਹਾਂ ਪੈਪਸੂ ਦੀ ਸ਼ੁਰੂਆਤ ਕਦੋਂ ਹੋਈ, 15 ਜੁਲਾਈ 1948 ਨੂੰ ਹੋਈ, ਕਲੀਅਰ ਹੈ ਜੀ ਗੱਲ, ਸਮਝ ਲੱਗ ਗਈ। ਦੇਖੋ ਜੀ ਇਹ ਜਿਹੜੀਆਂ ਮੈਂ ਡੇਟਸ ਇੰਪੋਰਟੈਂਟ ਕਰਵਾਉਣਾ, ਇਹ ਸਾਰੀਆਂ ਡੇਟਸ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ। ਜਿੰਨੀ ਦੇਰ ਤੱਕ ਤੁਸੀਂ ਵੀਡੀਓ ਨੂੰ ਬਾਰ-ਬਾਰ ਰਿਪੀਟ ਨਹੀਂ ਕਰੋਗੇ, ਤੁਹਾਨੂੰ ਚੀਜ਼ਾਂ ਨਹੀਂ ਪੱਲੇ ਪੈਣਗੀਆਂ, ਕਲੀਅਰ ਹੈ। ਜੇ ਤੁਸੀਂ ਸੋਚੋਗੇ ਇੱਕ ਵਾਰੀ ਪੜ੍ਹ ਕੇ ਸਮਝ ਆ ਜਾਊਗਾ, ਠੀਕ ਹੈ, ਸਮਝ ਜ਼ਰੂਰ ਆ ਜਾਊਗਾ, ਬਟ ਯਾਦ ਕਰਨਾ ਬਹੁਤ ਔਖਾ ਹੈ, ਓਕੇ ਜੀ। ਤਾਂ ਕਰਕੇ 2 ਜਾਂ 3 ਵਾਰ ਰਿਪੀਟ ਕਰੋਗੇ, ਬਹੁਤ ਆਸਾਨੀ ਨਾਲ ਸਾਰਾ ਕੁਝ ਯਾਦ ਹੋ ਜਾਊਗਾ, ਠੀਕ ਹੈ। ਕਹਿੰਦੇ ਜੀ ਜਿਹੜੇ ਪੈਪਸੂ ਦੇ ਰਾਜ ਪ੍ਰਮੁੱਖ ਸੀਗੇ, ਮੇਨ ਹੈਡ ਜਾਂ ਰਾਜ ਪ੍ਰਮੁੱਖ ਕਹਿੰਦੇ ਆਪਾਂ, ਕੌਣ ਸੀਗੇ, ਮਹਾਰਾਜਾ ਯਾਦਵਿੰਦਰ ਸਿੰਘ। ਦੇਖੋ ਜੀ ਇਹਨਾਂ ਨੂੰ ਲਾਸਟ ਮਹਾਰਾਜਾ ਆਫ ਪਟਿਆਲਾ ਵੀ ਕਿਹਾ ਜਾਂਦਾ ਹੈ, ਇਹਨਾਂ ਨੂੰ ਪਟਿਆਲੇ ਦੇ ਲਾਸਟ ਮਹਾਰਾਜਾ ਦੇ ਨਾਂ ਉੱਤੇ ਵੀ ਜਾਣਿਆ ਜਾਂਦਾ ਹੈ। ਕਹਿੰਦੇ ਜੀ ਪੈਪਸੂ ਦੇ ਰਾਜ ਪ੍ਰਮੁੱਖ ਕੌਣ ਸੀਗੇ, ਮਹਾਰਾਜਾ ਯਾਦਵਿੰਦਰ ਸਿੰਘ। ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ ਹੈ, ਪੈਪਸੂ ਦੇ ਰਾਜ ਪ੍ਰਮੁੱਖ ਕੌਣ ਸੀਗੇ, ਮਹਾਰਾਜਾ ਯਾਦਵਿੰਦਰ ਸਿੰਘ, ਕਲੀਅਰ ਹੈ ਜੀ ਗੱਲ। ਦੇਖੋ ਜੀ ਅਗਲਾ ਕਿਹੜਾ ਜੀ, ਉਪ ਰਾਜ ਪ੍ਰਮੁੱਖ ਆਫ ਪੈਪਸੂ। ਇੱਕ ਤਾਂ ਰਾਜ ਪ੍ਰਮੁੱਖ ਹੋ ਗਿਆ, ਇੱਕ ਉਪ ਰਾਜ ਪ੍ਰਮੁੱਖ ਹੋ ਗਿਆ, 2 ਬੰਦੇ ਹੋ ਗਏ। ਜਿਹੜਾ ਰਾਜ ਪ੍ਰਮੁੱਖ ਹੈ ਕੌਣ ਹੈ ਜੀ, ਯਾਦਵਿੰਦਰ ਸਿੰਘ। ਜਿਹੜਾ ਉਪ ਰਾਜ ਪ੍ਰਮੁੱਖ ਹੈ ਕੌਣ ਹੈ ਜੀ, ਮਹਾਰਾਜਾ ਜਗਜੀਤ ਸਿੰਘ ਆਫ ਕਪੂਰਥਲਾ। ਕੌਣ ਸੀਗਾ, ਮਹਾਰਾਜਾ ਜਗਜੀਤ ਸਿੰਘ ਆਫ ਕਪੂਰਥਲਾ, ਕਲੀਅਰ ਹੈ। ਜੇਕਰ ਰਾਜ ਪ੍ਰਮੁੱਖ ਪੁੱਛਿਆ ਜਾਊਗਾ ਤਾਂ ਮਹਾਰਾਜਾ ਯਾਦਵਿੰਦਰ ਸਿੰਘ, ਜੇ ਉਪ ਰਾਜ ਪ੍ਰਮੁੱਖ ਪੁੱਛਿਆ ਜਾਊਗਾ ਮਹਾਰਾਜਾ ਜਗਜੀਤ ਸਿੰਘ ਆਫ ਕਪੂਰਥਲਾ, ਕਲੀਅਰ ਹੈ ਗੱਲ। ਦੇਖੋ ਜੀ ਕਹਿੰਦੇ ਪਹਿਲੇ ਚੀਫ ਮਿਨਿਸਟਰ, ਪਹਿਲੇ ਮੁੱਖ ਮੰਤਰੀ ਕਿਹੜੇ ਸੀ ਪੈਪਸੂ ਦੇ, ਗਿਆਨ ਸਿੰਘ ਰੇਲੇਵਾਲਾ। ਕਿਹੜੇ ਸੀਗੇ, ਗਿਆਨ ਸਿੰਘ ਰੇਲੇਵਾਲਾ, ਕਲੀਅਰ ਜੀ ਗੱਲ। ਇਹ ਸਾਰੇ ਦੇਖੋ ਜੀ ਨਾਮ ਬਹੁਤ ਹੀ ਜ਼ਿਆਦਾ ਕੀਮਤੀ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਵੀ ਪਹਿਲਾਂ ਆਪਾਂ ਗੱਲ ਕਰਦੇ ਹਾਂ, ਰਾਜ ਪ੍ਰਮੁੱਖ ਕੌਣ ਹੈ ਜੀ, ਮਹਾਰਾਜਾ ਯਾਦਵਿੰਦਰ ਸਿੰਘ। ਉਪ ਰਾਜ ਪ੍ਰਮੁੱਖ ਕੌਣ ਹੈ, ਜਗਜੀਤ ਸਿੰਘ ਆਫ ਕਪੂਰਥਲਾ। ਸੀਐਮ ਕੌਣ ਸੀ ਪੈਪਸੂ ਦੇ ਪਹਿਲੇ, ਗਿਆਨ ਸਿੰਘ ਰੇਲੇਵਾਲਾ, ਠੀਕ ਹੈ ਜੀ। ਕਹਿੰਦੇ ਪੈਪਸੂ ਦੀ ਰਾਜਧਾਨੀ ਕਿਹੜੀ ਸੀ। ਦੇਖੋ ਜੀ ਫੁੱਲ ਫਾਰਮ 'ਚ ਵੀ ਨਾਮ ਆਉਂਦਾ ਹੈ ਤੇ ਵੈਸੇ ਵੀ ਕੈਪੀਟਲ ਕਿਹੜੀ ਹੈ, ਪਟਿਆਲਾ। ਕਿਹੜੀ ਸੀ ਜੀ, ਪਟਿਆਲਾ। ਕਹਿੰਦੇ ਜਿਹੜੀ ਪੈਪਸੂ ਦੀ ਵਿਧਾਨ ਸਭਾ ਬਣੀ, ਮਤਲਬ ਐਮਐਲਏ ਕਹਿੰਦੇ ਆਪਾਂ, ਜਿਹੜੀ ਲੈਜਿਸਲੇਟਿਵ ਅਸੈਂਬਲੀ ਬਣੀ, ਉਹ 'ਚ ਮੈਂਬਰ ਕਿੰਨੇ ਸੀਗੇ, 60। ਕਿੰਨੇ ਮੈਂਬਰ ਸੀਗੇ ਜੀ, 60 ਮੈਂਬਰ ਸੀਗੇ, ਕਲੀਅਰ ਹੈ ਗੱਲ। ਦੇਖੀਏ ਜੀ ਇਹ ਜਿਹੜੀ ਪੈਪਸੂ ਹੈ ਇਹ ਪ੍ਰੋਪਰ ਬਣੀ ਕਦੋਂ ਜੀ, 1948 ਦੇ ਵਿੱਚ। ਕਹਿੰਦੇ ਜੀ ਇਹ ਪ੍ਰੋਪਰ ਡਿਜ਼ੋਲਵ ਜਾਂ ਇਹ ਕਹਿੰਦੇ ਮਰਜ ਹੋ ਗਈ ਪੰਜਾਬ ਦੇ ਵਿੱਚ ਕਦੋਂ ਜੀ, 1 ਨਵੰਬਰ 1956। ਇਹ ਚੀਜ਼ ਵੀ ਬਹੁਤ ਇੰਪੋਰਟੈਂਟ ਹੈ ਜੀ। ਕਹਿੰਦੇ ਮਰਜ ਕਦੋਂ ਹੋ ਗਈ ਪੰਜਾਬ 'ਚ ਪੈਪਸੂ, 1 ਨਵੰਬਰ 1956 ਨੂੰ। ਬਣੀ ਕਦੋਂ ਸੀ, 1948 ਦੇ ਵਿੱਚ, ਕਲੀਅਰ ਹੈ ਜੀ ਗੱਲ। ਦੇਖੋ ਜੀ ਨਿਊ ਪੰਜਾਬ ਕਦੋਂ ਬਣਿਆ ਸੀ ਆਪਣਾ, 1 ਨਵੰਬਰ 1966, ਜਦੋਂ ਹਰਿਆਣਾ ਸੈਪਰੇਟ ਹੋ ਗਿਆ ਤੇ ਪੰਜਾਬ ਬਣ ਗਿਆ 1 ਨਵੰਬਰ 1966, ਕਲੀਅਰ ਹੈ ਗੱਲ। ਇਹ ਸਾਰੀਆਂ ਗੱਲਾਂ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਕਲੀਅਰ ਹੈ ਗੱਲ।
हाँ जी, अगला टॉपिक अपना है जी इंपॉर्टेंट यूनिवर्सिटीज़ इन ਪੰਜਾਬ ਵੀ ਕਿਹੜੀਆਂ ਪੰਜਾਬ ਦੀਆਂ ਮੁੱਖ ਯੂਨੀਵਰਸਿਟੀਜ਼ ਨੇ, ਕਿੱਥੇ ਹੈਗੀਆਂ ਨੇ ਉਹ, ਤੇ ਉਹਨਾਂ ਦੀ ਐਸਟੈਬਲਿਸ਼ਮੈਂਟ ਡੇਟ ਕੀ ਹੈ। ਇਹ ਤਿੰਨੇ ਚੀਜ਼ਾਂ ਆਪਾਂ ਨੂੰ ਕਰਨੀਆਂ ਬਹੁਤ ਜ਼ਰੂਰੀ ਨੇ। ਜਿਵੇਂ ਕਿ ਪਹਿਲੀ ਯੂਨੀਵਰਸਿਟੀ ਮੈਂ ਦੱਸੀ ਹੋਈ ਹੈ ਜੀ ਪੰਜਾਬ ਯੂਨੀਵਰਸਿਟੀ, ਜਿਹਨੂੰ ਆਪਾਂ ਪੀਯੂ ਵੀ ਕਹਿੰਦੇ ਹਾਂ, ਠੀਕ ਹੈ। ਪੰਜਾਬ ਯੂਨੀਵਰਸਿਟੀ ਕਿੱਥੇ ਹੈ ਜੀ? ਚੰਡੀਗੜ੍ਹ ਹੈ, ਠੀਕ ਹੈ। ਇਹ ਦੇਖੋ ਜੀ, ਜੇਕਰ ਆਪਾਂ ਇਹਦੀ ਐਸਟੈਬਲਿਸ਼ਮੈਂਟ ਡੇਟ ਦੀ ਗੱਲ ਕਰਾਂਗੇ, ਮੈਂ ਦੋ ਲਿਖੀਆਂ ਹੋਈਆਂ। ਕਹਿੰਦੇ ਪਹਿਲੀ ਜਿਹੜੀ ਇਹਦੀ ਐਸਟੈਬਲਿਸ਼ਮੈਂਟ ਡੇਟ ਹੈ ਉਹ 1882 ਹੈ। ਮਤਲਬ ਵੀ ਇਹਦੀ ਜੋ ਪਹਿਲੀ ਐਸਟੈਬਲਿਸ਼ਮੈਂਟ ਹੋਈ ਉਹ 1882 ਦੇ ਵਿੱਚ ਹੋਈ। ਕਿੱਥੇ ਹੋਈ ਜੀ? ਲਾਹੌਰ ਦੇ ਵਿੱਚ ਹੋਈ, ਠੀਕ ਹੈ। ਉਦੋਂ ਇਹਨੂੰ ਯੂਨੀਵਰਸਿਟੀ ਆਫ ਪੰਜਾਬ ਵੀ ਕਹਿੰਦੇ ਸੀਗੇ। ਦੁਬਾਰਾ ਇਹਨੂੰ ਰੀਲੋਕੇਟ ਕੀਤਾ ਗਿਆ, ਚੰਡੀਗੜ੍ਹ ਦੇ ਵਿੱਚ ਹੈ, ਤੇ ਉਹ ਡੇਟ ਕਦੋਂ ਹੈ ਜੀ? 1956। ਕਲੀਅਰ ਹੈ ਜੀ ਗੱਲ। ਜੇਕਰ ਆਪਾਂ ਚੰਡੀਗੜ੍ਹ ਦੀ ਮੇਨ ਗੱਲ ਕਰਾਂਗੇ ਵੀ ਦੁਬਾਰਾ ਰੀਲੋਕੇਟ ਕਰਨ ਦੀ, ਤਾਂ ਆਪਾਂ ਐਸਟੈਬਲਿਸ਼ਮੈਂਟ ਡੇਟ ਕੀ ਯਾਦ ਕਰਨੀ ਹੈ ਜੀ? 1956। ਕਲੀਅਰ ਹੈ ਜੀ ਗੱਲ। ਨੈਕਸਟ ਆਪਣੀ ਹੈਗੀ ਜੀ ਪੰਜਾਬੀ ਯੂਨੀਵਰਸਿਟੀ। ਇਹ ਵੀ ਹਰ ਇੱਕ ਨੂੰ ਪਤਾ ਜੀ ਕਿੱਥੇ ਹੈ ਜੀ? ਪਟਿਆਲਾ। ਕਿੱਥੇ ਹੈ ਜੀ? ਪਟਿਆਲਾ, ਠੀਕ ਹੈ ਜੀ। ਇਹਦੀ ਐਸਟੈਬਲਿਸ਼ਮੈਂਟ ਡੇਟ ਕੀ ਆਊਗੀ ਜੀ? 1962। ਕਿੰਨੀ ਆਊਗੀ ਜੀ? 1962। ਕਲੀਅਰ ਹੈ ਗੱਲ। ਦੁਬਾਰਾ ਰਿਪੀਟ ਕਰ ਰਹੇ ਹਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਾਹੌਰ ਦੇ ਵਿੱਚ ਜਦੋਂ ਸੀ 1882, ਜਦੋਂ ਚੰਡੀਗੜ੍ਹ 'ਚ ਰੀਲੋਕੇਟ ਹੋ ਗਈ 1956। ਪੰਜਾਬੀ ਯੂਨੀਵਰਸਿਟੀ ਕਿੱਥੇ ਹੈ ਜੀ? ਪਟਿਆਲਾ। ਐਸਟੈਬਲਿਸ਼ਮੈਂਟ ਡੇਟ ਕੀ ਹੈਗੀ ਜੀ? 1962। ਕਲੀਅਰ ਹੈ ਜੀ ਗੱਲ। ਦੇਖੋ ਜੀ ਥਰਡ ਕਿਹੜੀ ਹੈ ਜੀ? GNDU, ਜਿਹਨੂੰ ਆਪਾਂ ਕਹਿੰਦੇ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ। ਕਿੱਥੇ ਹੈ ਜੀ ਇਹ? ਅੰਮ੍ਰਿਤਸਰ। ਕਿੱਥੇ ਹੈ ਜੀ? ਅੰਮ੍ਰਿਤਸਰ ਦੇ ਵਿੱਚ ਹੈ। ਇਹਦੀ ਆਪਾਂ ਐਸਟੈਬਲਿਸ਼ਮੈਂਟ ਡੇਟ ਕੀ ਲਿਖਾਂਗੇ ਜੀ? 1969। ਕੀ ਕਰਾਂਗੇ ਜੀ ਆਪਾਂ? 1969। ਕਲੀਅਰ ਹੈ ਜੀ ਗੱਲ। ਨੈਕਸਟ ਹੈਗੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਿਹਨੂੰ ਆਪਾਂ PTU ਕਹਿੰਦੇ ਆ। ਕਿੱਥੇ ਹੈ ਜੀ? ਜਲੰਧਰ ਹੈ। ਡੇਟ ਕੀ ਹੈਗੀ? 1997, 1997। ਕਲੀਅਰ ਹੈ ਜੀ ਗੱਲ, ਬਹੁਤ ਇੰਪੋਰਟੈਂਟ ਹੈ। ਅਗਲਾ ਕਿਹੜਾ ਜੀ? ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਆਪਾਂ ਨੂੰ ਪਤਾ ਹੀ, ਪਿੱਛੇ ਵੀ ਮੈਂ ਕਰਾ ਕੇ ਹਟਿਆ। PAU ਕਿੱਥੇ ਹੈ ਜੀ? ਲੁਧਿਆਣੇ। ਸੇਮ ਐਸਟੈਬਲਿਸ਼ਮੈਂਟ ਡੇਟ ਕੀ ਹੋਗੀ ਜੀ? 1962। ਹਮੇਸ਼ਾ ਤੁਸੀਂ ਯਾਦ ਰੱਖਣਾ ਹੈ, ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਐਸਟੈਬਲਿਸ਼ਮੈਂਟ ਡੇਟ ਕੀ ਹੈ ਜੀ? ਸੇਮ ਹੈ, 1962। PTU ਦੀ ਕਿੰਨੀ ਹੈ ਜੀ? 1997। GNDU ਦੀ ਕਿੰਨੀ ਹੈ ਜੀ? 1969। ਜੇਕਰ ਆਪਾਂ PU ਦੀ ਗੱਲ ਕਰਾਂਗੇ, ਚੰਡੀਗੜ੍ਹ ਦੇ ਰੀਲੋਕੇਟ ਦੀ ਗੱਲ ਕਰਾਂਗੇ, 1956। ਕਲੀਅਰ ਹੈ। ਇਹ ਸਾਰੀਆਂ ਡੇਟਸ ਆਪਾਂ ਨੂੰ ਯਾਦ ਕਰਨੀਆਂ ਬਹੁਤ ਜ਼ਰੂਰੀ ਨੇ। ਕਲੀਅਰ ਹੈ ਜੀ ਗੱਲ। ਦੇਖੋ ਜੀ ਅਗਲੀ ਯੂਨੀਵਰਸਿਟੀ ਕਿਹੜੀ ਹੈਗੀ ਜੀ? ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ। ਇਹ ਵੀ ਆਪਾਂ ਨੂੰ ਪਤਾ ਜੀ ਹੈਲਥ ਸਾਇੰਸ ਦੇ ਰਿਲੇਟਡ ਬਹੁਤ ਇੰਪੋਰਟੈਂਟ ਤੇ ਬਹੁਤ ਮਸ਼ਹੂਰ ਯੂਨੀਵਰਸਿਟੀ ਹੈ। ਕਿੱਥੇ ਹੈ ਜੀ? ਫਰੀਦਕੋਟ ਹੈ। ਐਸਟੈਬਲਿਸ਼ ਕਦੋਂ ਹੋਈ ਜੀ? 1998 ਵਿੱਚ। 1998 ਦੇ ਵਿੱਚ ਕੀ ਹੋ ਜੀ? ਇਹ ਐਸਟੈਬਲਿਸ਼ ਹੋਈ। ਕਲੀਅਰ ਹੈ ਜੀ ਗੱਲ। ਅਗਲੀ ਕਿਹੜੀ ਹੈ ਜੀ? ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ। ਇਹ ਵੀ ਬਹੁਤ ਜ਼ਿਆਦਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਜੀ। ਕਿੱਥੇ ਜੀ? ਇਹ ਲੁਧਿਆਣੇ ਹੈ। ਐਸਟੈਬਲਿਸ਼ ਕਦੋਂ ਹੋਈ ਜੀ? 2005 ਦੇ ਵਿੱਚ। ਕਲੀਅਰ ਹੈ। ਕਦੋਂ ਹੋਈ ਜੀ? 2005 ਦੇ ਵਿੱਚ, ਠੀਕ ਹੈ। ਦੇਖੋ ਜੀ ਆਪਣੇ ਨੇੜੇ ਵਾਲੀ ਯੂਨੀਵਰਸਿਟੀ ਆ ਗਈ ਸੈਂਟੇ ਯੂਨੀਵਰਸਿਟੀ। ਕਿੱਥੇ ਹੈ ਜੀ? ਬਠਿੰਡਾ। ਐਸਟੈਬਲਿਸ਼ ਕਦੋਂ ਹੋਈ ਜੀ? 2009 ਦੇ ਵਿੱਚ। ਕਦੋਂ ਹੋਈ ਜੀ? 2009 ਦੇ ਵਿੱਚ। ਕਲੀਅਰ ਹੈ। ਨੈਕਸਟ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ। ਕਿੱਥੇ ਹੈ ਜੀ? ਫਤਿਹਗੜ੍ਹ ਸਾਹਿਬ। ਕਿੱਥੇ ਹੈ? ਫਤਿਹਗੜ੍ਹ ਸਾਹਿਬ। ਐਸਟੈਬਲਿਸ਼ ਕਦੋਂ ਹੋਈ ਜੀ? 2004। ਕਦੋਂ ਹੋਈ ਜੀ? 2004 ਦੇ ਵਿੱਚ ਹੋਈ। ਕਲੀਅਰ ਹੈ। ਲਾਸਟ ਕਿਹੜੀ ਲਿਖੀ ਹੈ ਜੀ ਮੈਂ? ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ। ਇਹ ਵੀ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛੀ ਜਾ ਚੁੱਕੀ ਹੈ। ਕਿੱਥੇ ਹੈ ਜੀ? ਪਟਿਆਲੇ। ਐਸਟੈਬਲਿਸ਼ਮੈਂਟ ਡੇਟ ਕੀ ਹੈਗੀ? 2006। ਕਲੀਅਰ ਹੈ ਜੀ ਗੱਲ। ਦੇਖੋ ਜਿਹੜੀਆਂ ਮੈਂ 10 ਯੂਨੀਵਰਸਿਟੀ ਤੁਹਾਨੂੰ ਕਰਾਈਆਂ ਨੇ, ਇਹ ਬਹੁਤ ਜ਼ਿਆਦਾ ਕੀਮਤੀ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ PU 1956। ਕਲੀਅਰ ਹੈ। ਉਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ 1962। ਕਿੰਨੀ ਆਏਗੀ ਜੀ? 1962। ਪੰਜਾਬੀ ਯੂਨੀਵਰਸਿਟੀ ਆਲਸੋ 1962। ਕਲੀਅਰ ਹੈ। ਇਹ ਸਾਰੀਆਂ ਯੂਨੀਵਰਸਿਟੀਜ਼ ਦੀਆਂ ਤੁਹਾਨੂੰ ਕਿੱਥੇ ਹੈਗੀਆਂ ਨੇ, ਇਹਨਾਂ ਦੀ ਐਸਟੈਬਲਿਸ਼ਮੈਂਟ ਡੇਟ ਕੀ ਹੈ, ਆਪਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ। ਸਮਝ ਲੱਗ ਗਈ ਜੀ ਗੱਲ। ਕਲੀਅਰ ਹੈ। ਦੇਖੋ ਜੀ ਨੈਕਸਟ ਕੁਝ ਹੋਰ ਫੈਕਟਸ ਨੇ ਯੂਨੀਵਰਸਿਟੀਜ਼ ਦੇ ਬਾਰੇ, ਠੀਕ ਹੈ ਜੀ। ਜਿਵੇਂ ਕਿ ਪਹਿਲੀ ਲਾਈਨ ਮੈਂ ਕੀ ਲਿਖੀ ਹੈ? ਚਾਂਸਲਰਸ ਆਫ ਗਵਰਨਮੈਂਟ ਯੂਨੀਵਰਸਿਟੀਜ਼ ਇਨ ਐਨੀ ਸਟੇਟ ਇਜ਼ ਗਵਰਨਰ ਆਫ ਦੈਟ ਸਟੇਟ। ਦੇਖੋ ਜੀ ਕਹਿੰਦੇ ਜਿਹੜੀਆਂ ਸਰਕਾਰੀ ਜਾਂ ਗਵਰਨਮੈਂਟ ਯੂਨੀਵਰਸਿਟੀਜ਼ ਹੁੰਦੀਆਂ ਨੇ, ਉਹਨਾਂ ਦੇ ਜਿਹੜੇ ਚਾਂਸਲਰ ਹੁੰਦੇ ਨੇ ਉਹ ਕੌਣ ਹੁੰਦੇ ਆ ਜੀ? ਗਵਰਨਰ ਆਫ ਦੈਟ ਸਟੇਟ। ਉਸ ਸਟੇਟ ਦੇ ਕੀ ਹੁੰਦੇ ਨੇ ਜੀ? ਗਵਰਨਰਸ ਹੁੰਦੇ ਨੇ। ਕਲੀਅਰ ਹੈ। ਇਹ ਪੁਆਇੰਟ ਵੀ ਕੀ ਹੈ ਜੀ? ਬਹੁਤ ਇੰਪੋਰਟੈਂਟ ਹੈ। ਅਗਲਾ ਕੀ ਹੈ ਜੀ? ਪੰਜਾਬੀ ਯੂਨੀਵਰਸਿਟੀ ਜੋ ਕਿੱਥੇ ਹੈ ਜੀ? ਪਟਿਆਲਾ। ਕਦੋਂ ਸਟੈਬਲਿਸ਼ ਹੋਈ ਜੀ? 1962। ਇਹ ਕਹਿੰਦੇ ਵਰਲਡ ਦੇ ਵਿੱਚ ਦੂਜੀ ਯੂਨੀਵਰਸਿਟੀ ਹੈ ਜਿਹਦਾ ਨਾਮ ਇੱਕ ਭਾਸ਼ਾ ਦੇ ਨਾਮ ਤੋਂ ਰੱਖਿਆ ਗਿਆ, ਇੱਕ ਲੈਂਗੁਏਜ ਦੇ ਨਾਮ ਤੋਂ ਰੱਖਿਆ ਗਿਆ।
पहली इजराइल ਦੇ ਵਿੱਚ ਹੈ ਜੀ, ਸੈਕੰਡ ਕਿਹੜੀ ਹੈ ਜੀ, ਪੰਜਾਬੀ ਯੂਨੀਵਰਸਿਟੀ ਹੈ। ਕਲੀਅਰ ਹੈ ਜੀ, ਸਮਾਂ ਲੱਗ ਗਈ, ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ। अगला पॉइंट क्या है जी, बिफोर 1962 PAU is also called College of Agriculture। ਕਹਿੰਦੇ 1962 ਤੋਂ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ, ਜੋ ਕਿ ਲੁਧਿਆਣਾ ਦੇ ਵਿੱਚ ਹੈ, ਕਹਿੰਦੇ ਉਹਨੂੰ ਕਿਹੜੇ ਨਾਮ ਤੋਂ ਜਾਣਿਆ ਜਾਂਦਾ ਸੀ, ਕਾਲਜ ਆਫ ਐਗਰੀਕਲਚਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ। ਕਲੀਅਰ ਹੈ ਜੀ, ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ ਜੀ, ਕਹਿੰਦੇ ਪੰਜਾਬ ਦੇ ਵਿੱਚ ਫਸਟ ਖਾਲਸਾ ਕਾਲਜ ਕਦੋਂ ਸਟੈਬਲਿਸ਼ ਹੋਇਆ ਜੀ, 1892 ਦੇ ਵਿੱਚ। ਕਿੱਥੇ ਹੋਇਆ ਜੀ, ਅੰਮ੍ਰਿਤਸਰ। ਕਿੱਥੇ ਹੋਇਆ ਜੀ, ਅੰਮ੍ਰਿਤਸਰ ਦੇ ਵਿੱਚ। ਕਲੀਅਰ ਹੈ। ਅਗਲਾ ਕਿਹੜਾ ਜੀ, PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਸ ਐਸਟੈਬਲਿਸ਼ਡ ਇਨ, ਕਦੋਂ ਐਸਟੈਬਲਿਸ਼ ਹੋਇਆ ਸੀ ਜੀ, 1969। ਇਹਦਾ ਹੈਡਕੁਆਟਰ ਕਿੱਥੇ ਹੈ ਜੀ, ਮੋਹਾਲੀ, ਪੰਜਾਬ। ਕਲੀਅਰ ਹੈ, ਸਮਾਂ ਲੱਗ ਗਈ। ਇਹ ਸਾਰੇ ਤੇ ਸਾਰੇ ਫੈਕਟਸ ਹੈ ਇਹ ਯੂਨੀਵਰਸਿਟੀਜ਼ ਦੇ ਰਿਲੇਟਿਡ ਬਹੁਤ ਇੰਪੋਰਟੈਂਟ ਹੈ। 1962 ਤੋਂ ਪਹਿਲਾਂ PAU ਨੂੰ ਕੀ ਕਹਿੰਦੇ ਸੀ, ਕਾਲਜ ਆਫ ਐਗਰੀਕਲਚਰ। ਫਸਟ ਖਾਲਸਾ ਕਾਲਜ 1892 at Amritsar, PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ established in 1969। ਕਲੀਅਰ ਹੈ, ਯਾਦ ਰੱਖਣੇ ਜੀ ਸਾਰੇ ਪੁਆਇੰਟ, ਬਹੁਤ ਇੰਪੋਰਟੈਂਟ ਹੈ। ਕਲੀਅਰ ਹੈ ਜੀ। ਦੇਖੋ ਜੀ ਅਗਲਾ ਟੌਪਿਕ ਹੋਰ ਹੈ ਕੀਤਾ ਹੋਇਆ ਜੀ, ਵੈਟਲੈਂਡ ਇਨ ਪੰਜਾਬ। ਦੇਖੋ ਜੀ ਵੈਟਲੈਂਡਸ ਕੀ ਹੁੰਦੇ ਨੇ, ਉਹ ਲੈਂਡ ਜੋ ਜਲਮਗਨ ਹੋਵੇ, ਜਿੱਥੇ ਪਾਣੀ ਇਕੱਠਾ ਹੋਇਆ ਹੋਵੇ। ਕਹਿੰਦੇ ਟੋਟਲ ਪੰਜਾਬ ਦੇ ਵਿੱਚ ਕਿੰਨੇ ਵੈਟਲੈਂਡਸ ਨੇ, ਇਹ ਕੁਐਸਚਨ ਆਉਂਦਾ ਜੀ, ਤਾਂ ਆਪਾਂ ਆਨਸਰ 'ਚ ਲਿਖਾਂਗੇ ਜੀ 3। ਕਿੰਨੇ ਹੈ ਜੀ, 3। ਹੁਣ ਇਹ 3 ਕਿਹੜੇ ਕਿਹੜੇ ਹੈ ਜੀ, ਹਰੀਕੇ ਵੈਟਲੈਂਡ ਕਿੱਥੇ ਹੈ ਜੀ, ਤਰਨਤਾਰਨ। ਰੋਪੜ ਵੈਟਲੈਂਡ ਕਿੱਥੇ ਹੈ ਜੀ, ਰੋਪੜ। ਕੰਜਲੀ ਵੈਟਲੈਂਡ ਨੀਅਰ ਕਪੂਰਥਲਾ। ਯਾਦ ਰੱਖਣੇ ਜੀ, ਇਹ ਤਿੰਨ ਵੈਟਲੈਂਡ ਨੇ ਟੋਟਲ ਪੰਜਾਬ 'ਚ, ਹਰੀਕੇ, ਰੋਪੜ ਐਂਡ ਕੰਜਲੀ ਵੈਟਲੈਂਡ। ਸਮਾਂ ਲੱਗੀ ਜੀ। ਇਹ ਸਾਰੇ ਤੇ ਸਾਰੇ ਪੁਆਇੰਟਸ ਆਪਣੇ ਬਹੁਤ ਇੰਪੋਰਟੈਂਟ ਹੈ ਪੰਜਾਬ ਜੀਕੇ ਦੇ ਦੌਰਾਨ। ਦੇਖੋ ਹਲੇ ਤੱਕ ਆਪਣਾ ਅੱਜ 11ਵਾਂ ਲੈਕਚਰ ਸੀਗਾ, ਹਲੇ ਤੱਕ ਆ ਪੰਜਾਬ ਦੇ ਕਲਚਰ ਬਾਰੇ ਗੱਲ ਕਰ ਚੁੱਕੇ ਹਾਂ, ਪੰਜਾਬ ਦੇ ਗੁਰੂਜ਼ ਬਾਰੇ ਗੱਲ ਕਰ ਚੁੱਕੇ ਹਾਂ, ਪੰਜਾਬ ਦੇ ਜਿਓਗ੍ਰਾਫੀਕਲ ਵਿਊ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਪੰਜਾਬ ਦੇ ਕਲਚਰ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਪੰਜਾਬ ਦੀ ਹਿਸਟਰੀ ਵੀ ਅੱਜ ਆਪਾਂ ਪੂਰੀ ਕਰ ਲਈ ਹੈ। ਠੀਕ ਹੈ ਜੀ, ਹਾਲ 1 ਜਾਂ ਕੁਝ ਕਲਾਸਾਂ ਦੇ ਵਿੱਚ ਆਪਣੀ ਪੰਜਾਬ ਜੀਕੇ ਕੰਪਲੀਟ ਹੋ ਜਾਏਗੀ। ਦੇਖੋ ਜੀ ਬਾਰ-ਬਾਰ ਇਹ ਵੀਡੀਓਜ਼ ਨੂੰ ਰਿਪੀਟ ਕਰੋ ਜੇਕਰ ਤੁਸੀਂ ਆਪਣੇ ਪੰਜਾਬ ਜੀਕੇ ਦੇ ਵਿੱਚ ਚੰਗੇ ਨੰਬਰ ਲੈ ਕੇ ਆਉਣੇ ਨੇ। ਠੀਕ ਹੈ, ਪੰਜਾਬ ਐਗਜ਼ਾਮ ਦੇ ਵਿੱਚ ਇਹ ਸਬਜੈਕਟ ਬਹੁਤ ਇੰਪੋਰਟੈਂਟ। ਕਲੀਅਰ ਹੈ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਇਹਨੂੰ ਲਾਈਕ ਕਰੋ, ਕਮੈਂਟ ਕਰੋ। PDF ਦਾ ਲਿੰਕ ਤੁਹਾਨੂੰ JB ਕਲਾਸਿਸ ਦੇ ਟੈਲੀਗ੍ਰਾਮ ਚੈਨਲ ਤੇ ਅਵੇਲੇਬਲ ਹੋਏਗਾ ਜੀ। ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ ਫॉर ਵਾਚਿੰਗ।